ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਸ YouTube ਚੈਨਲ ਦੇ ਉੱਪਰ ਸਮੇਂ-ਸਮੇਂ ਦੇ ਉੱਤੇ ਅਲੱਗ-ਅਲੱਗ ਸਕਾਲਰਸ਼ਿਪ ਸਕੀਮਾਂ ਦੇਖਦੇ ਹੋ ਤੇ ਉਹਦਾ ਫਾਇਦਾ ਲੈਂਦੇ ਹੋ। ਸੋ ਅੱਜ ਵੀ ਮੈਂ ਤੁਹਾਡੇ ਲਈ ਇੱਕ ਨਵੀਂ ਸਕਾਲਰਸ਼ਿਪ ਸਕੀਮ ਲੈ ਕੇ ਆਇਆ। ਸੋ ਸਕਾਲਰਸ਼ਿਪ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਰਿਕੁਐਸਟ ਕਰਾਂਗਾ, ਜੇ ਤੁਸੀਂ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਜਦੋਂ ਵੀ ਕੋਈ ਮੈਂ ਨਵੀਂ ਵੀਡੀਓ ਪਾਵਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਇਸ ਦਾ ਨੋਟੀਫਿਕੇਸ਼ਨ ਜਿਹੜਾ ਪਹੁੰਚ ਸਕੇ। ਸੋ ਅੱਜ ਦੀ ਸਕਾਲਰਸ਼ਿਪ ਦਾ ਨਾਮ ਹੈ SHDF ਸਕਾਲਰਸ਼ਿਪ 2022। ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਵੱਲੋਂ ਹਰ ਸਾਲ ਇਹ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਸੋ ਇਹ ਗੱਲ ਕਰੀਏ ਤਾਂ 31 ਜੁਲਾਈ 2022 ਇਸ ਸਕਾਲਰਸ਼ਿਪ ਦੀ ਲਾਸਟ ਡੇਟ ਹੈਗੀ ਹੈ। ਜਿਹੜੇ ਬੱਚੇ ਪ੍ਰੋਫੈਸ਼ਨਲ ਕੋਰਸ ਕਰ ਰਹੇ ਨੇ, BCA MCA BTech MTech BCom MCom ਐਗਰੀਕਲਚਰ B ਫਾਰਮੇਸੀ ਡਿਪਲੋਮਾ 3 ਈਅਰ ਦਾ, ਤਾਂ ਇਹ ਜਿਹੜੇ ਕੋਰਸ ਕਰ ਰਹੇ ਨੇ ਬੱਚੇ, ਉਹਨਾਂ ਲਈ ਇਹ ਸਕਾਲਰਸ਼ਿਪ ਹੈਗੀ ਹੈ ਜਿਨ੍ਹਾਂ ਦੀ ਬੱਚਿਆਂ ਦੀ ਆਮਦਨ ਪੂਰੇ ਪਰਿਵਾਰ ਦੀ 2.5 ਲੱਖ ਤੋਂ ਘੱਟ ਹੈਗੀ। ਸੋ ਇਸ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਇਹਨੂੰ ਭਰਨਾ ਹੈਗਾ ਆਪਾਂ। ਸੋ ਇਹ ਆਨਲਾਈਨ ਨਹੀਂ ਹੈਗਾ ਫਾਰਮ, ਇਹ ਆਫਲਾਈਨ ਫਾਰਮ ਹੈਗਾ। ਤੁਹਾਨੂੰ ਜਿਹੜਾ ਆ ਫਾਰਮ nishkam.org ਵੈਬਸਾਈਟ ਤੋਂ ਡਾਊਨਲੋਡ ਕਰਕੇ ਉਹ ਪ੍ਰਿੰਟ ਕਢਾ ਕੇ ਫਿਰ ਤੁਹਾਨੂੰ ਉਹ ਭਰਨੇ ਪੈਣੇ ਨੇ। ਸੋ ਜਿਨ੍ਹਾਂ ਬੱਚਿਆਂ ਦੀ 2.5 ਲੱਖ ਤੋਂ ਆਮਦਨ ਘੱਟ ਹੈਗੀ ਆ ਤੇ ਬਹੁਤ ਜ਼ਿਆਦਾ ਨੀਡੀ ਸਟੂਡੈਂਟ ਹੈਗੇ ਆ, ਉਹ ਕਿਸੇ ਵੀ ਧਰਮ ਜਾਤ ਦਾ ਹੋਵੇ, ਉਹ ਇਸ ਸਕਾਲਰਸ਼ਿਪ ਨੂੰ ਭਰ ਸਕਦਾ ਤੇ ਮੈਕਸੀਮਮ 33,000 ਤੱਕ ਦੀ ਸਕਾਲਰਸ਼ਿਪ ਜਿਹੜੀ ਆ ਤੁਹਾਨੂੰ ਪਰ ਈਅਰ ਮਿਲ ਸਕਦੀ ਹੈ। ਸੋ ਇਸ ਨੂੰ ਤੁਸੀਂ ਡਾਊਨਲੋਡ ਕਰਨਾ ਹੈਗਾ। ਡਾਊਨਲੋਡ ਕਰਨ ਤੋਂ ਬਾਅਦ ਇਹ 13 ਪੇਜ ਹੋਣਗੇ, ਜਿਹਦੇ ਵਿੱਚ ਪਹਿਲੇ 5-6 ਪੇਜ ਤੁਹਾਨੂੰ ਇੰਸਟਰਕਸ਼ਨਸ ਹੋਣਗੀਆਂ, ਤੁਸੀਂ ਫਾਰਮ ਇਹ ਭਰਨਾ ਕਿੱਦਾਂ। ਉਸ ਤੋਂ ਬਾਅਦ ਹਰੇਕ ਪੰਨੇ ਦੇ ਨੀਚੇ ਜਿੱਥੇ ਨੰਬਰਿੰਗ ਸ਼ੁਰੂ ਹੋ ਰਹੀ ਆ ਉਹ ਤੋਂ ਤੁਸੀਂ ਜਿਹੜਾ ਫਾਰਮ ਭਰਨਾ ਸਟਾਰਟ ਕਰਨਾ। ਸੋ ਲਾਸਟ ਵਾਲੇ 2 ਪੇਜ ਨੇ ਜਿਹੜੇ ਉਹ ਤੁਸੀਂ ਕਾਲਜ ਦੇ ਅਥਾਰਟੀ ਤੋਂ ਜਿਹੜੇ ਆ ਉਹ ਵੈਰੀਫਾਈ ਕਰਵਾਉਣੇ ਆ, ਸਾਈਨ ਕਰਵਾਉਣੇ ਆ। ਜਿਹੜੇ ਬੱਚਿਆਂ ਨੇ ਹੁਣ ਇਸ ਵੇਲੇ +2 ਕੀਤੀ ਆ ਪਰ ਹਜੇ ਕਿਤੇ ਦਾਖਲਾ ਨਹੀਂ ਲਿਆ, ਉਹ ਵੀ ਇਸ ਸਕਾਲਰਸ਼ਿਪ ਨੂੰ ਭਰ ਸਕਦੇ ਨੇ। ਪਰ ਇਹ ਸਕਾਲਰਸ਼ਿਪ ਜਿਹੜੀ ਆ ਉਦੋਂ ਤੱਕ ਉਹਨੂੰ ਨਹੀਂ ਮਿਲੇਗੀ ਜਦੋਂ ਤੱਕ ਉਹ ਕਾਲਜ ਕਿਸੇ ਲੱਗ ਨਹੀਂ ਜਾਏਗਾ, ਕਿਉਂਕਿ ਇਸ ਕਾਲਜ ਤੋਂ ਸਾਈਨ ਉਦੋਂ ਹੀ ਹੋਣਗੇ ਜਦੋਂ ਕੋਈ ਬੱਚਾ ਕਿਸੇ ਕਾਲਜ ਦੇ ਵਿੱਚ ਦਾਖਲਾ ਲਊਗਾ। ਸੋ ਅੱਜ ਤੋਂ ਫਾਰਮ ਜਿਹੜੇ ਉਹ ਭਰਨੇ ਸਟਾਰਟ ਹੋ ਗਿਆ ਤੇ 31 ਜੁਲਾਈ 2022 ਤੱਕ ਤੁਸੀਂ ਇਹ ਫਾਰਮ ਜਿਹੜੇ ਆ ਉਹ ਭਰ ਸਕਦੇ ਹੋ। ਜਿਨ੍ਹਾਂ ਦੀ ਆਮਦਨ 2.5 ਲੱਖ ਤੋਂ ਘੱਟ ਆ ਉਹਨਾਂ ਨੂੰ ਇੱਕ ਇਨਕਮ ਪ੍ਰੂਫ ਦੇਣਾ ਪਏਗਾ। ਇਨਕਮ ਪ੍ਰੂਫ ਦੇ ਵਿੱਚ ਤੁਹਾਨੂੰ ਜਿਹੜਾ ਇੱਕ ਐਫੀਡੇਵਿਟ ਲਿਖ ਕੇ ਦੇਣਾ ਪਏਗਾ, ਜਾਂ ਫਿਰ ਉਹਦੀ ਜਗ੍ਹਾ ਤੇ ਉੱਤੇ ITR, ਜਾਂ ਜਿੱਥੇ ਕੋਈ ਜਿਵੇਂ ਕਿਸੇ ਦਾ ਫਾਦਰ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਤਾਂ ਉਹ ਫੈਕਟਰੀ ਜਿੱਥੇ EMPLOYER ਹੈਗਾ ਉਹ ਤੋਂ ਲਿਖਾ ਕੇ ਜਿਹੜੇ ਲੈਟਰ ਹੈਡ ਦੇ ਉੱਤੇ ਉਹ ਆਪਦਾ ਆਮਦਨ ਦਾ ਸਬੂਤ ਉਹ ਦੇ ਸਕਦਾ ਹੈਗਾ। ਸੋ ਜਿਹੜੇ ਬੱਚਿਆਂ ਨੇ ਇਹ ਅਪਲਾਈ ਕਰਨਾ, ਉਹਨਾਂ ਦੀ ਆਪਣੀ ਇੱਕ ਈਮੇਲ ID ਹੋਣੀ ਚਾਹੀਦੀ ਆ, ਕਿਉਂਕਿ ਈਮੇਲ ID ਥਰੂ ਹੀ ਤੁਹਾਨੂੰ ਪਤਾ ਚੱਲੇਗਾ ਕਿ ਇਹ ਕੋਰਸਪੋਂਡੈਂਸ ਹੋਏਗੀ, ਜਿਹੜੀ ਕਿ ਤੁਹਾਨੂੰ ਪਤਾ ਲੱਗੇਗਾ। ਕਿਉਂਕਿ ਜਿਹੜਾ ਪ੍ਰੋਸੀਜਰ ਜਿਹੜਾ ਹੈਗਾ, ਪ੍ਰੋਸੀਜਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇੱਕ ਰਿਟਨ ਟੈਸਟ ਹੋਏਗਾ ਜਿਹੜਾ ਕਿ ਸਿੱਖ ਰਿਲੀਜਨ ਦੇ ਅਤੇ ਜਰਨਲ ਨੌਲੇਜ ਦਾ ਹੋਏਗਾ। ਸੋ ਉਸ ਤੋਂ ਬਾਅਦ ਇੰਟਰਵਿਊ ਹੋਏਗੀ ਤੇ ਇੰਟਰਵਿਊ ਤੋਂ ਬਾਅਦ ਇਹ ਸਕਾਲਰਸ਼ਿਪ ਜਿਹੜੀ ਆ ਉਹ ਮਿਲੇਗੀ। ਪੂਰੇ 1 ਸਾਲ ਦਾ ਜਿਹੜਾ ਇਹ ਪ੍ਰੋਸੀਜਰ ਹੈਗਾ, ਜਿਸ ਤਰ੍ਹਾਂ ਹੁਣ ਤੁਸੀਂ ਜੂਨ ਜੁਲਾਈ ਦੇ ਵਿੱਚ ਇਹ ਫਾਰਮ ਭਰ ਰਹੇ ਹੋ ਤਾਂ ਅਕਤੂਬਰ ਨਵੰਬਰ ਦੇ ਵਿੱਚ ਉਹ ਤੁਹਾਨੂੰ ਜਿਹੜੀ ਆ ਡੇਟ ਜਿਹੜੀ ਆ ਵੈਬਸਾਈਟ ਦੇ ਉੱਪਰ ਵੀ ਅਪਡੇਟ ਹੋ ਜਾਏਗੀ ਤੇ ਤੁਹਾਨੂੰ ਐਡਮਿਟ ਕਾਰਡ ਜਿਹੜੇ ਆ ਉਹ ਈਮੇਲ ID ਜ਼ਰੀਏ ਹੀ ਆਉਣਗੇ। ਸੋ ਪਹਿਲਾਂ ਰਿਟਨ ਟੈਸਟ ਹੋਏਗਾ ਜਿਹੜਾ ਕਿ ਅਲੱਗ-ਅਲੱਗ ਪੰਜਾਬ ਦੇ ਅਲੱਗ-ਅਲੱਗ ਸੈਂਟਰਾਂ ਦੇ ਵਿੱਚ ਅਤੇ ਪੰਜਾਬ ਤੋਂ ਬਾਹਰ ਨਵੀਂ ਦਿੱਲੀ ਦੇ ਵਿੱਚ ਹੋਏਗਾ। ਪੰਜਾਬ ਦੇ ਵਿੱਚੋਂ ਸੈਂਟਰ ਬਣਦੇ ਨੇ ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ, ਫਰੀਦਕੋਟ, ਮੋਗਾ ਤੇ ਬਠਿੰਡਾ। ਸੋ ਇਹਨਾਂ ਜਗ੍ਹਾ ਦੇ ਉੱਤੇ ਤੁਸੀਂ ਆਪਣਾ ਸੈਂਟਰ ਭਰ ਸਕਦੇ ਹੋ ਤੇ ਉਸੇ ਸੈਂਟਰ ਦੇ ਉੱਪਰ ਤੁਹਾਡੀ ਜਿਹੜੀ ਆ ਇੰਟਰਵਿਊ ਹੋਏਗੀ ਤੇ ਉਸੇ ਸੈਂਟਰ ਤੇ ਤੁਹਾਨੂੰ ਜਿਹੜੇ ਆ ਉਹ ਚੈੱਕ ਸਕਾਲਰਸ਼ਿਪ ਦੇ ਮਿਲਣਗੇ। ਜੇ ਆਪਾਂ ਡਾਕੂਮੈਂਟਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ 10ਵੀਂ ਦਾ ਸਰਟੀਫਿਕੇਟ ਚਾਹੀਦਾ, 12ਵੀਂ ਦਾ ਚਾਹੀਦਾ, ਤੇ ਜੇ ਕੋਈ ਬੱਚਾ ਪ੍ਰੋਫੈਸ਼ਨਲ ਕੋਰਸ ਕਰ ਰਿਹਾ ਤਾਂ ਉਹਦੀਆਂ DMC ਜੋ ਲਾਸਟ ਤੁਸੀਂ ਅਪੀਅਰਡ ਹੋਏ ਹੋ, ਪਾਸ ਹੋਏ ਹੋ, ਉਹਦੀਆਂ DMCs ਤੁਸੀਂ ਨਾਲ ਲਾਉਣੀਆਂ ਤੇ ਓਰੀਜਨਲ ਜਿਹੜਾ ਉਹ ਐਫੀਡੇਵਿਟ ਲਾਉਣਾ ਜਿਹੜਾ ਨੋਟਰੀ ਤੋਂ ਵੀ ਚੱਲ ਸਕਦਾ। ਤੇ ਜੇ ਮੈਜਿਸਟ੍ਰੇਟ ਤੋਂ ਬਣਿਆ ਤਾਂ ਸਭ ਤੋਂ ਵਧੀਆ ਐਫੀਡੇਵਿਟ, ਨਹੀਂ ਤਾਂ ਨੋਟਰੀ ਤੋਂ ਵੀ ਇਹ ਚੱਲ ਸਕਦਾ। ਤੇ ITR ਤੁਹਾਡੀ ਭਰੀ ਹੋਣੀ ਚਾਹੀਦੀ ਹੈ ਜਿਹੜੀ ਅਪ ਟੂ ਡੇਟ ਹੋਣੀ ਚਾਹੀਦੀ ਆ। ਆਪਾਂ ਹੁਣ ਫਾਰਮ ਦੇਖਦੇ ਹਾਂ। ਇਹ ਫਾਰਮ ਤੁਸੀਂ nishkam.org ਵੈਬਸਾਈਟ ਤੇ ਜਾ ਕੇ ਨਿਊ ਐਪਲੀਕੈਂਟਸ, ਜੇ ਤੁਸੀਂ ਨਵੇਂ ਵਿਦਿਆਰਥੀ ਹੋ ਜਿਨ੍ਹਾਂ ਨੇ ਪਹਿਲੀ ਵਾਰੀ ਸਕਾਲਰਸ਼ਿਪ ਅਪਲਾਈ ਕਰਨੀ ਆ, ਸੋ ਨਿਊ ਐਪਲੀਕੈਂਟਸ ਵਾਲਾ ਜਿਹੜਾ ਤੁਸੀਂ ਫਾਰਮ PDF ਡਾਊਨਲੋਡ ਕਰਨੀ ਹੈ ਤੇ ਇਹਦੇ ਪ੍ਰਿੰਟ ਆਊਟਸ ਲੈਣੇ ਨੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਇਹਦੇ ਫਾਰਮ ਦੇ ਉੱਤੇ ਲਿਖਿਆ ਰਿਹਾ SHDF ਸਕਾਲਰਸ਼ਿਪਸ 2022 ਫਾਰ ਨਿਊ ਐਪਲੀਕੈਂਟਸ, ਇਹ ਤੁਸੀਂ ਫਾਰਮ ਭਰਨਾ ਹੈਗਾ। ਸੋ ਧਿਆਨ ਨਾਲ ਸਾਰੀਆਂ ਇਹ ਇੰਸਟਰਕਸ਼ਨਸ ਪੜ੍ਹਨੀਆਂ ਨੇ। ਸੋ ਮੈਂ ਦੱਸ ਦਿਆਂ ਕਿ ਤੁਹਾਨੂੰ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੇ ਇੱਕ ਰਿਟਨ ਟੈਸਟ ਹੋਏਗਾ, ਪਰ ਜਦੋਂ ਤੁਸੀਂ ਸੈਕੰਡ ਟਾਈਮ ਭਰਦੇ ਹੋ ਤਾਂ ਤੁਹਾਨੂੰ ਰੀਨਿਊਵਲ ਦਾ ਫਾਰਮ ਭਰਨਾ ਪਏਗਾ। ਉਹ ਸੈਕੰਡ ਟਾਈਮ ਜਿਹੜਾ ਉਹ ਤੁਹਾਨੂੰ ਰਿਟਨ ਟੈਸਟ ਨਹੀਂ ਹੋਏਗਾ, ਸਿਰਫ ਇੰਟਰਵਿਊ ਹੋਏਗੀ। ਸੋ ਇਸ ਨਾਲ ਕਿਹੜੇ ਡਾਕੂਮੈਂਟਸ ਲਾਉਣੇ ਨੇ। ਸਭ ਤੋਂ ਪਹਿਲਾਂ ਕਿ ਤੁਸੀਂ ਇਹਨੂੰ ਬਲੌਕ ਲੈਟਰ 'ਚ ਜਿਹੜਾ ਭਰਨਾ, ਤੁਸੀਂ ਆਪਣਾ ਨੇਮ ਵਗੈਰਾ
ਇਨਕੰਪਲੀਟ ਜਿਹੜਾ ਡਾਕੂਮੈਂਟ ਤੁਸੀਂ ਨਹੀਂ ਰੱਖਣਾ। ਸੋ ਇਹ ਤੁਸੀਂ ਧਿਆਨ ਨਾਲ ਸਾਰੀਆਂ ਇੰਸਟਰਕਸ਼ਨਸ ਪੜ੍ਹ ਲੈਣੀਆਂ ਨੇ। 2 ਫੋਟੋਆਂ ਤੁਹਾਡੀਆਂ ਲੱਗਣਗੀਆਂ ਇਹਦੇ ਵਿੱਚ, 10th ਜਿਹੜਾ ਤੁਹਾਡਾ ਮਾਰਕਸ਼ੀਟ ਹੈਗੀ ਆ, +2 ਦੀ ਹੈਗੀ ਆ, ਫੀਸ ਰਿਸਿਪਟ ਹੈਗੀਆਂ ਜਿਹੜੀਆਂ, ਜਾਂ ਫੈਮਿਲੀ ਦਾ ਇਨਕਮ ਪ੍ਰੂਫ, ਉਹਦੇ ਵਿੱਚ ਤੁਸੀਂ ITR ਲਾ ਸਕਦੇ ਹੋ, ਇੰਪਲੋਇਰ ਸਰਟੀਫਿਕੇਟ ਜਾਂ ਪੈਨਸ਼ਨ ਡਿਟੇਲ ਜਿਹਦੇ ਲਈ ਤੁਸੀਂ ਵੀ ਐਪਲੀਕੇਬਲ ਤੁਹਾਡੇ ਲਈ ਹੈ ਉਹ ਤੁਸੀਂ ਲਾਉਣਾ। ਸੋ ਸਾਰਾ ਫਾਰਮ ਜਿਹੜਾ ਭਰ ਕੇ ਤੁਸੀਂ ਇਹ ਸੈਂਡ ਕਰਨਾ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ, ਨਿਸ਼ਕਾਮ ਭਵਨ, B ਬਲਾਕ, ਤਿਲਕ ਵਿਹਾਰ, ਨਿਊ ਦਿੱਲੀ। ਸੋ ਇਹ ਤੁਸੀਂ ਕੋਰੀਅਰ ਕਰ ਦੇਣਾ ਜਾਂ ਤੁਸੀਂ ਇਹਨੂੰ ਸਪੀਡ ਪੋਸਟ ਕਰ ਦੇਣਾ, ਅਤੇ ਉੱਪਰ ਲਿਖਣਾ ਉਹਦੇ ਬਾਹਰ ਇਨਵੈਲਪ ਦੇ ਉੱਪਰ SHDF ਸਕੋਲਰਸ਼ਿਪਸ 2022। ਸੋ 31 ਜੁਲਾਈ 5 ਵਜੇ ਤੋਂ ਪਹਿਲਾਂ ਤੁਹਾਡੇ ਸਾਰੇ ਜਿਹੜੇ ਆ ਉਹ ਇਹ ਸਾਰੇ ਡਾਕੂਮੈਂਟਸ ਪਹੁੰਚਣੇ ਚਾਹੀਦੇ ਨੇ। ਜੇ ਆਪਾਂ ਗੱਲ ਕਰੀਏ ਕਿ ਰਿਟਨ ਟੈਸਟ ਦੀ ਕੀ ਸਿਲੇਬਸ ਹੋਏਗਾ, ਉਹ ਨੈਤਿਕ ਸਿੱਖਿਆ ਦੀ ਕਿਤਾਬ ਹੈ ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ, ਉਸ ਬੇਸ 'ਤੇ ਤੁਹਾਡਾ ਇਹ ਜਿਹੜਾ ਨੈਤਿਕ ਸਿੱਖਿਆ ਦਾ ਜਿਹੜਾ ਐਗਜ਼ਾਮ ਹੋਏਗਾ, ਉਹਦੇ ਵਿੱਚ ਤੁਹਾਡੇ GK ਹੋਏਗੀ ਅਤੇ ਸਿੱਖ ਹਿਸਟਰੀ ਹੋਏਗੀ। ਸੋ ਜਿਹੜਾ ਤੁਹਾਡੇ ਐਡਮਿਟ ਕਾਰਡ ਹੈ ਉਹ ਤੁਹਾਡੀ ਈਮੇਲ ਦੇ ਉੱਪਰ ਆਏਗਾ। ਈਮੇਲ ਤੁਸੀਂ ਬੜਾ ਕਲੀਅਰਲੀ ਆਪਣੀ ਭਰਨੀ ਆ, ਕਿਸੇ ਵੀ ਕਾਲਜ ਜਾਂ ਇੰਸਟੀਚਿਊਟ ਦੀ ਜਿਹੜੀ ਆ ਤੁਸੀਂ ਈਮੇਲ ਨਹੀਂ ਭਰਨੀ, ਕਿਉਂਕਿ ਜੋ ਵੀ ਅੱਗੇ ਤੁਹਾਡਾ ਨਿਸ਼ਕਾਮ ਦੇ ਨਾਲ ਕੰਟੈਕਟ ਹੋਊਗਾ ਉਹ ਈਮੇਲ ਥਰੂ ਹੋਏਗਾ। ਸੋ ਐਡਮਿਟ ਕਾਰਡ ਤੁਹਾਨੂੰ ਹਰ ਇੱਕ ਨੂੰ ਈਮੇਲ ਦੇ ਥਰੂ ਆਏਗਾ। ਸੋ ਇਹ ਕਦੋਂ ਆਏਗਾ? ਇਹ ਤਕਰੀਬਨ ਅਕਤੂਬਰ ਸਤੰਬਰ ਦੇ ਵਿੱਚ ਤੁਹਾਡਾ ਜਿਹੜਾ ਇਹ ਐਗਜ਼ਾਮ ਹੋਏਗਾ। ਉਸ ਤੋਂ ਪਹਿਲਾਂ ਤੁਹਾਨੂੰ ਕੋਈ ਵੀ ਇੰਟੀਮੇਸ਼ਨ ਨਹੀਂ ਹੋਏਗੀ ਕਿ ਤੁਹਾਡਾ ਫਾਰਮ ਪਹੁੰਚ ਗਿਆ ਜਾਂ ਨਹੀਂ ਪਹੁੰਚ ਗਿਆ। ਜੇ ਤੁਸੀਂ ਰਜਿਸਟਰੀ ਕੀਤੀ ਹੈ ਜਾਂ ਸਪੀਡ ਪੋਸਟ ਕੀਤੀ ਹੈ ਤਾਂ ਇਟ ਮੀਨਸ ਉਹ ਪਹੁੰਚ ਜਾਏਗਾ। ਸੋ ਇਨਕੰਪਲੀਟ ਫਾਰਮ ਜਿਹੜਾ ਉਹ ਰਿਜੈਕਟ ਕਰ ਦਿੱਤਾ ਜਾਏਗਾ। ਜੋ ਵੀ ਤੁਹਾਡੀ ਇਨਫੋਰਮੇਸ਼ਨ ਆ ਤੁਸੀਂ ਬਿਲਕੁਲ ਕਰੈਕਟ ਅਤੇ ਆਪਣੀ ਜਿਹੜੀ ਇਨਕਮ ਹੈਗੀ ਆ ਉਹ ਬਿਲਕੁਲ ਤੁਸੀਂ ਠੀਕ ਭਰਨੀ ਆ। ਸੋ ਮੈਂ ਇਹ ਫੇਰ ਰਿਪੀਟ ਨਹੀਂ ਕਰਨਾ। ਹਾਂ, ਇਹਦੇ ਵਿੱਚ ਇਹ ਹੈ ਕਿ ਜਿਹੜੇ ਪ੍ਰੋਫੈਸ਼ਨਲ ਕੋਰਸ ਕਰ ਰਹੇ ਆ 60% ਉਹਨਾਂ ਦੇ ਮਾਰਕਸ ਜਿਹੜੇ ਐਲੀਜੀਬਿਲਟੀ ਜਿਹੜੀ ਆ ਉਹ 60% ਹੋਣੇ ਚਾਹੀਦੇ ਆ, ਅਤੇ ਕੋਈ ਵੀ ਰੀਪੇਅਰ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਅੱਜ ਅਪਲਾਈ ਕਰ ਰਹੇ ਹੋ, ਕਿਉਂਕਿ ਅੱਜ ਜਿਹੜਾ ਅਪਲਾਈ ਬੱਚਾ +2 ਵਾਲਾ ਵੀ ਕਰ ਸਕਦਾ ਜਿਹਨੇ ਹਜੇ ਕਿਤੇ ਦਾਖਲਾ ਨਹੀਂ ਲਿਆ, ਪਰ ਕੱਲ੍ਹ ਜੇ ਤੁਹਾਡੀ ਰੀਪੇਅਰ ਆ ਜਾਂਦੀ ਹੈ ਤਾਂ ਤੁਹਾਡੀ ਇਹ ਸਕਾਲਰਸ਼ਿਪ ਜਿਹੜੀ ਆ ਉਹ ਤੁਹਾਨੂੰ ਨਹੀਂ ਮਿਲੇਗੀ। ਸੋ ਮਿਨੀਮਮ 60% ਮਾਰਕਸ ਆਉਣੇ ਜ਼ਰੂਰੀ ਨੇ, ਅਤੇ ਆਲ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹ ਇੰਸਟਰਕਸ਼ਨ ਸਾਰੀਆਂ ਤੁਸੀਂ ਪੜ੍ਹ ਲੈਣੀਆਂ ਨੇ। ਇੰਟਰਵਿਊ ਹੋਏਗੀ ਤੁਹਾਡੀ। ਇਹ ਕੁਛ ਜਿਹੜੇ ਫ਼ੋਨ ਨੰਬਰ ਵਗੈਰਾ ਦਿੱਤੇ ਹੋਏ ਨੇ ਜਿੱਥੇ ਤੁਸੀਂ ਆਪਣੀਆਂ ਬੁੱਕ ਹੈਗੀ ਆ ਉਹ ਮੰਗਾ ਸਕਦੇ ਹੋ। ਅਦਰਵਾਈਜ਼ ਮੈਂ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ PDF ਵੀ ਪਾ ਦਾਂਗਾ, ਤੁਸੀਂ ਉਹ ਤੋਂ ਡਾਊਨਲੋਡ ਕਰ। ਇਹ ਸਿਰਫ ਫਾਰਮੈਟ ਨਹੀਂ, ਇਹਨਾਂ ਨੂੰ ਇਹ ਤੁਸੀਂ ਪ੍ਰਿੰਟ ਇਸ ਦੇ ਕੱਢਣੇ ਆ ਸਿਰਫ ਪੜ੍ਹਨ ਵਾਸਤੇ। ਇਹ ਫਾਰਮ ਦੇ ਨਾਲ ਕੁਛ ਨਹੀਂ ਜਾਣਾ। ਇਹ ਫਾਰਮੈਟ ਇਹ ਹੈਗਾ, ਜੇ ਤੁਸੀਂ ਸੈਲਫ ਓਨ ਤੁਹਾਡਾ ਬਿਜ਼ਨਸ ਹੈਗਾ ਜਾਂ ਤੁਸੀਂ ਸੈਲਫ ਇੰਪਲੋਇਡ ਹੈਗੇ ਆ, ਫਿਰ ਤੁਸੀਂ ਇਹ ਐਫੀਡੇਵਿਟ ਬਣਾਉਣਾ ਹੈਗਾ। ਜੇ ਤੁਸੀਂ ਤੁਹਾਡੇ ਪੇਰੈਂਟਸ ਜਿਹੜੇ ਫਾਰਮਰ ਹੈਗੇ ਆ ਤਾਂ ਉਹ ਇਹ ਐਫੀਡੇਵਿਟ ਲੱਗੇਗਾ ਉਹਨਾਂ ਲਈ। ਇਹਨੂੰ ਤੁਸੀਂ ਟਾਈਪ ਕਰਵਾਉਣਾ, ਤੁਸੀਂ ਕੋਰਟ ਦੇ ਵਿੱਚ ਜਾ ਕੇ ਬਾਹਰ ਜਿਹੜੇ ਬੈਠੇ ਹੁੰਦੇ ਆ ਅਤੇ ਉਹਨਾਂ ਨੂੰ ਤੁਸੀਂ ਟਾਈਪ ਕਰਵਾ ਲੈਣਾ। ਸੋ ਜੇ ਕੋਈ ਲੇਬਰਰ ਹੈਗਾ ਉਹਦੇ ਵਾਸਤੇ ਇਹ ਐਫੀਡੇਵਿਟ ਵਰਡਿੰਗ ਹੈਗੀ ਆ, ਤੁਸੀਂ ਇਸ ਨੂੰ ਬਣਵਾਉਣਾ। ਜੇ ਸੈਲਰੀਡ ਹੈਗਾ ਤੁਹਾਡਾ ਕੋਈ ਪੇਰੈਂਟਸ, ਤਾਂ ਉਹਦੇ ਲਈ ਤੁਸੀਂ ਇਹ ਫਾਰਮ ਜਿਹੜਾ ਉਹ ਫਾਰਮੈਟ ਦੇਖਣਾ। ਸੋ ਇਹ ਇਕੱਠੇ ਨਹੀਂ ਕਰਵਾਉਣੇ। ਜਿਹੜਾ ਵੀ ਤੁਹਾਡੇ ਲਈ ਤੁਸੀਂ ਐਪਲੀਕੇਬਲ ਹੋ ਰਿਹਾ ਤੁਹਾਡੇ ਲਈ ਸਿਰਫ ਉਹਦੇ ਹੀ ਹੈ। ਜੇ ਤੁਸੀਂ ਤੁਹਾਡੇ ਪੇਰੈਂਟਸ ਪੈਨਸ਼ਨਰ ਹੈਗੇ ਨੇ ਫਿਰ ਤੁਸੀਂ ਇਹ ਜਿਹੜੀ ਆ ਵਰਡਿੰਗ ਲਿਖਾਉਣੀ ਆ। ਸੋ ਇੱਥੋਂ ਸਟਾਰਟ ਹੁੰਦਾ ਤੁਹਾਡਾ ਜਿਹੜਾ ਫਾਰਮ, ਜਿੱਥੇ ਲਿਖਿਆ ਐਪਲੀਕੇਸ਼ਨ ਫਾਰਮ ਫਾਰ SHD ਸਕੋਲਰਸ਼ਿਪ 2022। ਇੱਥੋਂ ਭਰਨਾ ਤੁਸੀਂ ਸਟਾਰਟ ਕਰਨਾ। ਰੋਲ ਨੰਬਰ ਤੁਸੀਂ ਨਹੀਂ ਭਰਨਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਿੱਦਾਂ ਇਨ ਸਰਕਲ ਟੈਸਟ ਇੰਟਰਵਿਊ ਸੈਂਟਰ ਆਫ ਯੂਅਰ ਚੁਆਇਸ, ਇੱਥੇ ਅੰਮ੍ਰਿਤਸਰ, ਚੰਡੀਗੜ੍ਹ, ਫਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਨਿਊ ਦਿੱਲੀ ਆ ਰਿਹਾ। ਸੋ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਉਹ 'ਤੇ ਸਰਕਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹੀ ਤੁਹਾਡਾ ਰਿਟਨ ਟੈਸਟ ਲਈ ਜਿਹੜਾ ਆਏਗਾ। ਰਿਟਨ ਟੈਸਟ ਤੁਹਾਡਾ ਆਫਲਾਈਨ ਹੋਏਗਾ, ਇੰਟਰਵਿਊ ਆਫਲਾਈਨ ਹੋਏਗੀ। ਉਸ ਤੋਂ ਬਾਅਦ ਰਾਈਟ ਸਾਈਡ 'ਤੇ ਤੁਹਾਡੀ ਫੋਟੋ ਲੱਗਣੀ ਹੈ। ਫਿਰ ਤੁਹਾਡੀਆਂ ਬੇਸਿਕ ਸਾਰੀਆਂ ਇਨਫੋਰਮੇਸ਼ਨ ਹੈਗੀਆਂ ਤੁਹਾਡੀਆਂ ਆਪਣੀਆਂ ਪਰਸਨਲ ਹੈਗੀਆਂ ਨੇ, ਤੁਸੀਂ ਭਰਨੀਆਂ। ਜੇ 10ਵੇਂ ਨੰਬਰ ਦੇ ਉੱਪਰ ਜੇ ਤੁਸੀਂ ਕੋਈ ਵੀ ਐਗਜ਼ਾਮੀਨੇਸ਼ਨ ਨਹੀਂ ਤੁਸੀਂ ਰਸਟੀਕੇਟਡ ਕੀਤੇ ਗਏ ਹੋ ਤਾਂ ਉਹ ਵੀ ਤੁਸੀਂ ਲਿਖਣਾ ਹੈ। ਅਤੇ ਜੇ ਕੋਈ ਸਕਾਲਰਸ਼ਿਪ ਤੁਸੀਂ ਕਿਤੇ ਫਾਈਨੈਂਸ਼ੀਅਲ ਅਸਿਸਟੈਂਟ ਲਈ ਹੈ ਪਹਿਲਾਂ, ਉਹ ਵੀ ਤੁਸੀਂ ਇੱਥੇ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਨਹੀਂ ਲੱਗਦੇ ਤਾਂ ਮੰਨ ਲਓ ਤੁਹਾਨੂੰ ਕੋਈ ਹੋਰ ਸਕਾਲਰਸ਼ਿਪ ਮਿਲ ਰਹੀ ਹੈ ਪਰ ਤੁਸੀਂ ਨਹੀਂ ਮੈਂਸ਼ਨ ਕਰ ਰਹੇ ਤਾਂ ਤੁਹਾਡੀ ਸਕਾਲਰਸ਼ਿਪ ਜਿਹੜੀ ਆ ਉਹ ਕੈਂਸਲ ਹੋ ਸਕਦੀ ਹੈ। ਪਲੈਨਡ ਪ੍ਰੋਗਰਾਮ ਆਫ ਸਟੱਡੀਜ਼ ਸਿਰਫ ਉਹਨਾਂ ਬੱਚਿਆਂ ਨੇ ਭਰਨਾ ਜਿਨ੍ਹਾਂ ਨੇ +2 ਕੀਤੀ ਹੈ। ਜਿਹੜੇ ਬੱਚੇ ਆਲਰੇਡੀ ਕਰ ਰਹੇ ਨੇ ਉਹਨਾਂ ਨੇ ਇਹ ਪਲੈਨਡ ਪ੍ਰੋਗਰਾਮ ਨਹੀਂ ਭਰਨਾ। ਉਹਨਾਂ ਨੇ ਅੱਗੇ ਜਾ ਕੇ ਜਿਹੜਾ ਫਾਰਮ ਆਏਗਾ ਉੱਥੇ ਤੁਸੀਂ ਰੈਫਰੈਂਸ ਟੀਚਰ ਦਾ ਭਰ ਸਕਦੇ ਹੋ। ਪਰਸਨਲ ਤੁਸੀਂ ਆਪਣੇ ਫੈਮਿਲੀ ਦਾ ਕੋਈ ਵੀ ਨਹੀਂ ਭਰ ਸਕਦੇ। ਟੀਚਰ ਦਾ ਭਰ ਦਿਓ, ਸਕੂਲ ਟੀਚਰ ਦਾ ਭਰ ਦਿਓ, ਕਾਲਜ ਟੀਚਰ ਦਾ ਭਰ ਸਕਦੇ ਹੋ ਤੁਸੀਂ। 17ਵੇਂ ਨੰਬਰ 'ਤੇ ਤੁਸੀਂ ਲਿਖਣਾ ਇੱਥੇ ਕਿ ਤੁਹਾਨੂੰ ਸਕਾਲਰਸ਼ਿਪ ਕਿਉਂ ਚਾਹੀਦੀ ਆ। ਤੁਸੀਂ ਆਪਣੀ ਫੈਮਿਲੀ ਬੈਕਗਰਾਊਂਡ ਬਾਰੇ ਜਿਹੜੇ ਵੀ ਕੁਐਸਚਨ ਉੱਪਰ ਲਿਖੇ ਹੋਏ ਨੇ ਸਾਰਿਆਂ ਦਾ ਜਿਹੜਾ ਤੁਸੀਂ ਆਨਸਰ ਲਿਖਣਾ। ਇਹ ਹਰ ਇੱਕ ਬੱਚੇ ਲਈ ਜ਼ਰੂਰੀ ਹੈ।
ਫਿਰ ਤੁਸੀਂ ਬੈਂਕ ਡਿਟੇਲਸ ਭਰਨੀਆਂ ਨੇ, ਫਿਰ ਟਿਕ ਕਰਨੇ ਜਿਹੜੇ ਫਾਰਮੈਟ ਤੁਸੀਂ ਸਰਟੀਫਿਕੇਟ ਲਾ ਰਹੇ ਹੋ, ਸਾਰੇ ਸਰਟੀਫਿਕੇਟ ਦੀ ਜਿਹੜੀ ਫੋਟੋ ਕਾਪੀ ਤੁਸੀਂ ਨਾਲ ਲਾਉਣੀਆਂ ਨੇ। ਹਰ ਇੱਕ ਚੀਜ਼ ਤੁਸੀਂ ਇਹ 'ਚ ਭਰਨੀ ਹੈਗੀ ਆ, ਜੋ ਵੀ ਤੁਹਾਡੇ ਘਰ ਦੇ ਵਿੱਚ ਹੈ ਉਹਨੂੰ ਟਿਕ ਕਰ ਦੇਣਾ ਤੁਸੀਂ। ਉਸ ਤੋਂ ਬਾਅਦ ਤੁਸੀਂ ਪੇਰੈਂਟਸ ਦੇ ਸਾਈਨ ਕਰਾਉਣੇ, ਆਪਣੇ ਸਾਈਨ ਕਰਨੇ ਆ। ਉਸ ਤੋਂ ਬਾਅਦ ਚੈੱਕਲਿਸਟ ਹੈਗੀ, 3 ਫੋਟੋਗ੍ਰਾਫਸ ਨੇ। ਇਹਦੇ ਵਿੱਚ ਤੁਹਾਡਾ ਫਾਰਮ ਦੇਖਣਾ ਕਿ ਤੁਸੀਂ ਕੰਪਲੀਟ ਭਰਿਆ ਹੋਇਆ। ਰਿਪੋਰਟ ਫਰੋਮ ਦਾ ਕਾਲਜ ਅਥਾਰਟੀ 3rd ਨੰਬਰ 'ਤੇ, ਮੈਂ ਅੱਗੇ ਜਾ ਕੇ ਗੱਲ ਕਰਦਾ। ਇਹ ਰਿਪੋਰਟ ਹੈਗੀ ਤੁਹਾਡੀ। ਇਹ ਫਾਰਮ 5ਵਾਂ ਨੰਬਰ ਪੇਜ ਹੈਗਾ ਜਿਹੜਾ, ਅਤੇ 5ਵਾਂ ਅਤੇ 6ਵਾਂ ਨੀਚੇ ਰਾਈਟ ਸਾਈਡ 'ਤੇ 5/6 ਲਿਖਿਆ ਆ ਰਿਹਾ। ਇਹ 5ਵਾਂ ਅਤੇ 6ਵਾਂ ਇਹ ਤੁਸੀਂ ਜਿਹੜਾ ਕਾਲਜ ਤੋਂ ਭਰਵਾਉਣਾ ਆਪਣੇ। ਜੇ ਤੁਸੀਂ ਹਜੇ +2 ਕੀਤੀ ਹੈ, ਹਜੇ ਦਾਖਲਾ ਨਹੀਂ ਲਿਆ, ਤਾਂ ਇਹ ਤੁਸੀਂ ਲਾਸਟ ਵਾਲੇ 2 ਪੇਜਸ ਨੇ ਜਿਹੜੇ ਉਹ ਨਾ ਭਰ ਕੇ ਭੇਜਣਾ। ਜੇ ਤੁਸੀਂ ਆਲਰੇਡੀ ਪੜ੍ਹ ਰਹੇ ਹੋ ਫਿਰ ਹੀ ਤੁਸੀਂ ਇਹ ਭਰਵਾਉਣੇ ਆ, ਪਰ ਇਸ ਤੋਂ ਬਿਨਾਂ ਤੁਹਾਨੂੰ ਸਕਾਲਰਸ਼ਿਪ ਨਹੀਂ ਮਿਲੇਗੀ। ਜੇ ਤੁਸੀਂ +2 ਕਰ ਲਈ ਹੈ, ਹਜੇ ਦਾਖਲਾ ਨਹੀਂ ਲਿਆ, ਤੁਸੀਂ ਇਹ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹੋ, ਪਰ ਤੁਹਾਨੂੰ ਉਦੋਂ ਤੱਕ ਨਹੀਂ ਮਿਲੇਗੀ ਜਦੋਂ ਤੱਕ ਤੁਸੀਂ ਰਿਪੋਰਟ ਫਰੋਮ ਕਾਲਜ ਅਥਾਰਟੀਜ਼ ਨਹੀਂ ਭਰ ਕੇ ਭੇਜਦੇ। ਸੋ ਹਰ ਇੱਕ ਲਈ ਜ਼ਰੂਰੀ ਹੈ, ਤੁਸੀਂ ਬਾਅਦ ਵਿੱਚ ਇਹ ਭੇਜ ਸਕਦੇ ਹੋ। ਕਈ ਵਾਰ ਕੀ ਹੁੰਦਾ ਕਿ ਬੱਚੇ ਨੇ 31 ਜੁਲਾਈ 2022 ਤੱਕ ਨਹੀਂ ਐਡਮਿਸ਼ਨ ਲਈ ਹੁੰਦੀ ਕਿਤੇ, ਤਾਂ ਤੁਸੀਂ ਫਾਰਮ ਜਿਹੜੇ ਪਹਿਲੇ 4 ਪੇਜ ਨੇ ਇਸ ਪੇਜ ਤੱਕ ਤੁਸੀਂ ਭਰ ਕੇ ਭੇਜ ਦੇਣੇ ਆ। ਉਸ ਤੋਂ ਬਾਅਦ ਜਦੋਂ ਤੁਸੀਂ ਕਾਲਜ ਦਾਖਲਾ ਲੈਣਾ, ਉਸ ਤੋਂ ਬਾਅਦ ਇਹ 2 ਪੇਜ ਨੇ ਜਿਹੜੇ ਇਹ ਬਾਅਦ ਵਿੱਚ ਤੁਸੀਂ ਭਰ ਕੇ ਭੇਜ ਦੇਣੇ ਆ। ਜਿਹੜੇ ਬੱਚੇ ਆਲਰੇਡੀ ਪੜ੍ਹ ਰਹੇ ਨੇ ਉਹ ਇਹ ਨਾਲ ਦੀ ਨਾਲ ਹੀ ਜਿਹੜਾ ਕਾਲਜ ਤੋਂ ਸਾਈਨ ਕਰਵਾ ਕੇ ਉਹ ਤੁਸੀਂ ਨਿਸ਼ਕਾਮ ਨੂੰ ਭੇਜਣੇ ਆ। ਸੋ 31 ਜੁਲਾਈ 2022 ਲਾਸਟ ਡੇਟ ਹੈਗੀ ਆ। ਜਿਹੜੇ ਬੱਚੇ ਪ੍ਰੋਫੈਸ਼ਨ ਕੋਰਸ ਕਰ ਰਹੇ ਆ ਇਹ ਇਸ ਸਕਾਲਰਸ਼ਿਪ ਦਾ ਜ਼ਰੂਰ ਫਾਇਦਾ ਲੈਣ ਜੇ ਉਹ ਨੀਡੀ ਨੇ। ਜਿਹੜੇ ਨੀਡੀ ਨਹੀਂ ਹੈਗੇ ਉਹ ਸਕਾਲਰਸ਼ਿਪ ਨਾ ਭਰਨ, ਕਿਉਂਕਿ ਜਿਨ੍ਹਾਂ ਦੀ 2.5 ਲੱਖ ਆਮਦਨ ਘੱਟ ਹੈਗੀ ਆ ਉਹੀ ਇਹ ਸਕਾਲਰਸ਼ਿਪ ਨੂੰ ਅਪਲਾਈ ਕਰਨ।